ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀਓ। ਹਉ ਆਇਆ ਦੂਰੋਂ ਛਲ ਕੇ, ਮੈਂ ਤੱਕੀ ਤੋ ਸਰਨਾਏ ਜੀਓ। ਮੈਂ ਆਸਾ ਰੱਖੀ ਚਿਤ ਮਹਿ, ਮੇਰਾ ਸਭ ਦੁੱਖ ਗਵਾਏ ਜੀਓ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਪਰਮ ਸਨਮਾਨਯੋਗ ਦੀਨ ਦੁਨੀਆ ਦੇ ਮਾਲਕ, ਨਾਮ ਬਾਣੀ ਕੇ ਬੋਹਿਤ, ਕਿਰਪਾ ਨਿਧਾਨ ਸਤਿਗੁਰੂ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਹੋਏ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿਨਾਂ ਦੀਆਂ ਮਹਿਰਾਮਤਾਂ ਦੇ ਸਦਕਾ ਆਪਾਂ ਰੋਜ਼ਾਨਾ ਹੀ ਗੁਰਬਾਣੀ ਵਿਚਾਰ ਦੇ ਨਾਲ ਸਤਿਗੁਰਾਂ ਜੀ ਦੇ ਸਿਧਾਂਤ ਦੇ ਨਾਲ ਸਹਿਜੇ ਸਹਿਜੇ ਜੁੜਨ ਦਾ ਯਤਨ ਕਰਦੇ ਹਾਂ। ਬਾਣੀ ਨੂੰ ਪੜ੍ਹਨਾ ਇਹ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ, ਕੋਈ ਸ਼ੱਕ ਨਹੀਂ। ਪਰ ਬਾਣੀ ਨੂੰ ਪੜ੍ਹ ਕੇ, ਸੁਣ ਕੇ ਔਰ ਉਸ ਬਾਣੀ ਦੀ ਵਿਚਾਰ ਕਰਨੀ, ਇਹ ਉਸ ਤੋਂ ਵੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਤੇ ਮੈਂ ਅਕਸਰ ਬੇਨਤੀ ਕਰਿਆ ਕਰਦਾ ਹੁੰਨਾ, ਬਾਣੀ ਪੜ੍ਹਨੀ, ਸੁਣਨੀ ਅਤੇ ਵਿਚਾਰਨੀ, ਗੱਲ ਕੇਵਲ ਇੱਥੋਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਪੜ੍ਹ ਕੇ, ਸੁਣ ਕੇ, ਵਿਚਾਰ ਕੇ ਉਸ ਬਾਣੀ ਨੂੰ ਆਪਣੇ ਜੀਵਨ ਦੇ ਵਿੱਚ ਅਪਣਾ ਲੈਣਾ, ਭਾਵ ਬਾਣੀ ਦੇ ਅਨੁਸਾਰ ਹੀ ਜੀਵਨ ਬਤੀਤ ਕਰਨਾ, ਬਾਣੀ ਦਾ ਹੀ ਰੂਪ ਹੋ ਜਾਣਾ, ਸ਼ਬਦ ਦਾ ਹੀ ਰੂਪ ਹੋ ਜਾਣਾ, ਇਹ ਬੜੇ ਉੱਤਮ ਭਾਗਾਂ ਦੀਆਂ ਨਿਸ਼ਾਨੀਆਂ ਨੇ, ਬੜੇ ਮਹਾਨ ਭਾਗਾਂ ਦੀਆਂ ਨਿਸ਼ਾਨੀਆਂ ਨੇ। ਖੈਰ ਬਹੁਤਾ ਸਮਾਂ ਨਹੀਂ। ਸਤਿਗੁਰਾਂ ਜੀ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਪ ਬਾਣੀ ਉਚਾਰਨ ਕੀਤੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਭਲੀ ਭਾਂਤੀ ਗਿਆਤ, ਤੇ ਆਪਾਂ ਰੋਜ਼ਾਨਾ ਉਸ ਦੀ ਵਿਚਾਰ ਕਰਦੇ ਹਾਂ। ਆਰੰਭ ਦੇ ਵਿੱਚ ਮੂਲ ਮੰਤਰ ਹੈ ਤੇ ਨਿਰੰਕਾਰ ਨੂੰ ਸੰਬੋਧਨ ਕਰਦਿਆਂ ਹੋਇਆਂ, ਨਿਰੰਕਾਰ ਦੇ ਪਰਮਾਤਮਾ ਦੇ ਗੁਣਾਂ ਨੂੰ ਬਿਆਨ ਕਰਦਿਆਂ ਹੋਇਆਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਮੂਲ ਮੰਤਰ ਉਚਾਰਨ ਕੀਤਾ ਹੈ। ਆਪਾਂ ਵਿਚਾਰ ਕਰ ਚੁੱਕੇ ਹਾਂ, ਇੱਕ ਓੰਕਾਰ ਪਰਮਾਤਮਾ ਇੱਕ ਹੈ, ਸਰਵ ਵਿਆਪੀ ਹੈ। ਸਤਨਾਮ ਪਰਮਾਤਮਾ ਦਾ ਨਾਮ ਸਤ ਹੈ। ਕਰਤਾ ਪੁਰਖ
ਉਹ ਆਪ ਹੀ ਬਣਾਉਣ ਵਾਲਾ, ਬਣਾ ਕੇ ਆਪ ਹੀ ਸਮਾਇਆ ਹੋਇਆ ਹੈ। ਨਿਰਭਉ ਉਹਨੂੰ ਭੈ ਕੋਈ ਨਹੀਂ, ਨਿਰਵੈਰ ਉਹ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਅਕਾਲ ਮੂਰਤ ਉਹਦੀ ਜਿਹੜੀ ਹਸਤੀ ਹੈ, ਉਹਦੀ ਜਿਹੜੀ ਮੂਰਤ ਹੈ, ਉਹਦਾ ਜਿਹੜਾ ਰੂਪ ਹੈ, ਉਹ ਕਾਲ ਤੋਂ ਰਹਿਤ ਹੈ, ਮੌਤ ਤੋਂ ਰਹਿਤ ਹੈ, ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ। ਆਜੂਨੀ ਕਿਸੇ ਜੂਨਾਂ ਦੇ ਵਿੱਚ ਵੀ ਨਹੀਂ ਆਉਂਦਾ, ਭਾਵ ਪਸ਼ੂ ਪੰਛੀ ਜੀਵ ਜੰਤੂ, ਇਹ ਜਿਹੜੀਆਂ ਜਿਤਨੀਆਂ ਵੀ ਜੂਨਾਂ ਨੇ, ਇਹਨਾਂ ਜੂਨਾਂ ਦੇ ਵਿੱਚ ਪਰਮਾਤਮਾ ਨਹੀਂ ਪੈਂਦਾ। ਇਹ ਪਰਮਾਤਮਾ ਦੇ ਬੜੇ ਅਮੋਲਕ ਗੁਣ ਨੇ ਜੋ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਿਆਨ ਕੀਤੇ। ਇਸ ਤੋਂ ਅਗਲੇਰਾ ਜਿਹੜਾ ਗੁਣ ਸਤਿਗੁਰਾਂ ਨੇ ਬਿਆਨ ਕੀਤਾ, ਉਹ ਤੁਹਾਡੇ ਨਾਲ ਮੈਂ ਵਿਚਾਰਨ ਦਾ ਯਤਨ ਕਰਨਾ ਹੈ। ਅਗਲਾ ਗੁਣ ਹੈ ਸਹਿਭੰ। ਸਵੈ ਦਾ ਅਰਥ ਹੁੰਦਾ ਸਵੈਮ, ਆਪਣੇ ਆਪ। ਭੰਗ ਦਾ ਅਰਥ ਹੁੰਦਾ ਪ੍ਰਕਾਸ਼ ਹੋਣਾ। ਗੁਰੂ ਨਾਨਕ ਸੱਚੇ ਪਾਤਸ਼ਾਹ ਨਿਰੰਕਾਰ ਦੇ ਪ੍ਰਤੀ ਇਹ ਬਚਨ ਆਖਦੇ ਨੇ, ਇਹ ਨਿਰੰਕਾਰ ਜੀਓ, ਤੁਸੀਂ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੋ। ਭਾਵ ਕਿਸੇ ਤੱਤ ਤੋਂ ਨਹੀਂ ਬਣੇ, ਕਿਸੇ ਨੇ ਤੁਹਾਨੂੰ ਜਨਮ ਨਹੀਂ ਦਿੱਤਾ, ਕਿਸੇ ਨੇ ਤੁਹਾਨੂੰ ਥਾਪਿਆ ਨਹੀਂ, ਕਿਸੇ ਨੇ ਤੁਹਾਨੂੰ ਬਣਾਇਆ ਨਹੀਂ, ਕਿਸੇ ਨੇ ਤੁਹਾਨੂੰ ਚਿਤਰਿਆ ਨਹੀਂ। ਤੁਸੀਂ ਆਪਣੇ ਆਪ ਤੋਂ ਪ੍ਰਕਾਸ਼ਵਾਨ ਹੋ। ਜਿਵੇਂ ਸਤਿਗੁਰਾਂ ਦੀ ਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਇਸੇ ਜਪ ਬਾਣੀ ਦੇ ਅੰਦਰ ਸਤਿਗੁਰੂ ਜੀ ਜ਼ਿਕਰ ਕਰਦੇ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਆਪਣਾ ਬਚਨ ਹੈ, ਥਾਪਿਆ ਨਾ ਜਾਏ। ਇਹ ਨਿਰੰਕਾਰ ਜੀ ਤੁਹਾਨੂੰ ਅਸਥਾਪਨ ਨਹੀਂ ਕੀਤਾ ਜਾ ਸਕਦਾ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਫਲਾਣੀ ਥਾਂ ਦੇ ਉੱਤੇ ਮੈਂ ਤੁਹਾਨੂੰ ਅਸਥਾਪਨ ਕਰ ਦਿੱਤਾ। ਇੱਕ ਥਾਂ ਦੇ ਉੱਤੇ ਨਹੀਂ ਤੁਸੀਂ ਵੱਜਦੇ। ਜਿਵੇਂ ਪ੍ਰਕਾਸ਼ ਕੈਦ ਨਹੀਂ ਕੀਤਾ ਜਾ ਸਕਦਾ, ਪ੍ਰਕਾਸ਼ ਨੂੰ ਬੰਨ੍ਹਿਆ ਨਹੀਂ ਜਾ ਸਕਦਾ, ਪ੍ਰਕਾਸ਼ ਨੂੰ ਰੋਕਿਆ ਨਹੀਂ ਜਾ ਸਕਦਾ, ਪਰ ਪ੍ਰਕਾਸ਼ ਕਿਸੇ ਦੀ ਕੈਦ ਦੇ ਵਿੱਚ ਨਹੀਂ ਆਉਂਦਾ। ਇਹ ਅਕਾਲ ਪੁਰਖ ਜੀਓ, ਤੁਸੀਂ ਵੀ ਇਸੇ ਪ੍ਰਕਾਰ ਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੁਸੀਂ ਆਪਣੇ ਆਪ ਤੋਂ ਖੁਦ ਪ੍ਰਕਾਸ਼ਵਾਨ ਹੋਏ ਹੋ। ਇੱਥੇ ਇੱਕ ਗੱਲ ਬੜੀ ਧਿਆਨ ਦੇਣ ਯੋਗ ਹੈ ਕਿ ਪਰਮਾਤਮਾ ਆਪ ਪੂਰਾ ਹੈ, ਪਰਮਾਤਮਾ ਆਪ ਪੂਰਾ ਹੈ। ਤੇ ਜਿਹੜਾ ਆਪ ਪੂਰਾ ਹੈ, ਉਸ ਪੂਰੇ ਨੂੰ ਕੌਣ ਜਨਮ ਦੇ ਸਕਦਾ ਹੈ? ਉਸ ਪੂਰੇ ਨੂੰ ਕੌਣ ਬਣਾ ਸਕਦਾ ਹੈ? ਨਾ ਉਸ ਪੂਰੇ ਨੂੰ ਜਨਮ ਦਿੱਤਾ ਜਾ ਸਕਦਾ, ਨਾ ਬਣਾਇਆ ਜਾ ਸਕਦਾ। ਇਤਨਾ ਵਿਸ਼ਾਲ ਪਰਮਾਤਮਾ ਜਿਹੜਾ ਹਰ ਇੱਕ ਥਾਂ ਤੇ ਵਸਦਾ ਪਿਆ, ਹਰ ਇੱਕ ਥਾਂ ਦੇ ਉੱਤੇ ਸੁਭਾਇਮਾਨ ਹੈ, ਐਸੇ ਪਰਮਾਤਮਾ ਨੂੰ ਕੌਣ ਸਥਾਪਨ ਕਰ ਸਕਦਾ ਹੈ? ਬਾਣੀ ਦੇ ਵਿੱਚੋਂ ਵਿਚਾਰ ਕੇ ਵੇਖੋ। ਸਤਿਗੁਰੂ ਜੀ ਆਖਦੇ ਨੇ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਇਹ ਅਕਾਲ ਪੁਰਖ ਜੀਓ, ਤੁਸੀਂ ਨਿਰਾਕਾਰ ਰੂਪ ਦੇ ਅੰਦਰ ਹਰ ਇੱਕ ਥਾਂ ਦੇ ਉੱਤੇ ਵਸ ਰਹੇ ਹੋ, ਹਰ ਇੱਕ ਥਾਂ ਦੇ ਉੱਤੇ ਵਸਦੇ ਪਏ ਹੋ। ਇੱਕ ਬੇਨਤੀ ਕਰਾਂ, ਇੱਕ ਧਰਮ ਦੀ ਦੁਨੀਆ ਦੇ ਅੰਦਰ ਸਵਾਲ ਬੜਾ ਖੜਾ ਹੁੰਦਾ ਹੈ ਕਿ ਪਰਮਾਤਮਾ ਨੂੰ ਪਾਇਆ ਜਾ ਸਕਦਾ ਜਾਂ ਦੇਖਿਆ ਜਾ ਸਕਦਾ ਹੈ? ਇਹ ਸਵਾਲ ਬੜਾ ਵੱਡਾ ਹੈ। ਅਕਸਰ ਦੁਨੀਆ ਦੇ ਲੋਕ ਆਖਦੇ ਨੇ ਵੀ ਪਰਮਾਤਮਾ ਅਨੁਭਵ ਦਾ ਵਿਸ਼ਾ ਹੈ ਜਾਂ ਪਰਮਾਤਮਾ ਵੇਖਣ ਦਾ ਵਿਸ਼ਾ ਹੈ। ਮੈਂ ਥੋੜ੍ਹਾ ਜਿਹਾ ਤੁਹਾਡੇ ਨਾਲ ਡਿਟੇਲ ਨਾਲ ਇਹਦੀ ਸਾਂਝ ਪਾ ਦਿਆਂ। ਵੇਖੋ, ਪਰਮਾਤਮਾ ਜਿਹੜਾ ਨਾ, ਪਰਮਾਤਮਾ ਵੇਖਣ ਦਾ ਵਿਸ਼ਾ ਨਹੀਂ। ਜੇ ਆਪਾਂ ਇਹ ਮੰਨ ਲਈਏ ਪਰਮਾਤਮਾ ਵੇਖਣ ਦਾ ਵਿਸ਼ਾ ਹੈ, ਤੇ ਖਿਆਲ ਕਰਿਆ ਜੇ ਵੇਖਣ ਦੇ ਲਈ ਤਿੰਨ ਪੈਮਾਨੇ ਹੁੰਦੇ ਨੇ। ਇੱਕ ਤੇ ਵੇਖਣ ਦੇ ਲਈ ਥੋੜ੍ਹੀ ਜਿਹੀ ਦੂਰੀ ਚਾਹੀਦੀ ਹੈ। ਜਿਵੇਂ ਤੁਸੀਂ ਬੈਠੇ ਹੋ, ਮੈਂ ਬੈਠਾ,
ਤੁਹਾਡੇ ਤੇ ਮੇਰੇ ਵਿਚਕਾਰ ਦੂਰੀ ਹੈ, ਮੈਂ ਤੁਹਾਨੂੰ ਵੇਖ ਰਿਹਾ, ਤੁਸੀਂ ਮੈਨੂੰ ਵੇਖ ਰਹੇ ਹੋ। ਭਾਵੇਂ ਦੀ 1 ਇੰਚ ਦੀ ਵਿੱਥ ਕਿਉਂ ਨਾ ਹੋਵੇ, ਆਪਣੇ ਅੰਦਰ ਦੂਰੀ ਹੋਵੇਗੀ ਤੇ ਆਪਾਂ ਇੱਕ ਦੂਜੇ ਨੂੰ ਵੇਖ ਸਕਾਂਗੇ। ਪਹਿਲਾ ਸਿਧਾਂਤ ਤੇ ਇਹ ਆਖਦਾ ਵੇਖਣ ਦਾ। ਦੂਜਾ ਸਿਧਾਂਤ ਇਹ ਆਖਦਾ ਵੇਖਣ ਦਾ ਕਿ ਪ੍ਰਕਾਸ਼ ਹੋਵੇਗਾ ਤੇ ਵੇਖਾਂਗੇ। ਲਾਈਟਾਂ ਜਗ ਰਹੀਆਂ ਨੇ, ਸੂਰਜ ਚੜ੍ਹਿਆ ਹੋਇਆ ਹੈ, ਸੂਰਜ ਦੀ ਰੋਸ਼ਨੀ ਦੇ ਅੰਦਰ, ਲਾਈਟਾਂ ਦੀ ਰੋਸ਼ਨੀ ਦੇ ਅੰਦਰ ਤੁਹਾਡਾ ਸਰੀਰ, ਤੁਹਾਡੀ ਕਾਇਆ ਮੈਨੂੰ ਨਜ਼ਰ ਆ ਰਹੀ ਹੈ। ਲਾਈਟਾਂ ਦੀ ਰੋਸ਼ਨੀ ਦੇ ਅੰਦਰ, ਸੂਰਜ ਦੀ ਰੋਸ਼ਨੀ ਦੇ ਅੰਦਰ ਤੁਹਾਨੂੰ ਮੇਰੀ ਕਾਇਆ ਨਜ਼ਰ ਆ ਰਹੀ ਹੈ। ਇਹ ਦੂਜਾ ਪੈਮਾਨਾ ਹੈ। ਤੀਜਾ ਪੈਮਾਨਾ ਹੈ, ਦੇਖਣ ਦੇ ਲਈ ਅੱਖਾਂ ਦਾ ਹੋਣਾ ਬੜਾ ਜ਼ਰੂਰੀ ਹੈ, ਬੜਾ ਜ਼ਰੂਰੀ ਅੱਖਾਂ ਦਾ ਹੋਣਾ। ਮੇਰੇ ਅੱਖਾਂ ਦੇ ਵਿੱਚ, ਮੇਰੇ ਨੇਤਰਾਂ ਦੇ ਵਿੱਚ ਜੋਤ ਹੈ ਤੇ ਮੈਂ ਤੁਹਾਨੂੰ ਵੇਖਦਾ ਪਿਆ। ਤੁਹਾਡੇ ਨੇਤਰਾਂ ਦੇ ਵਿੱਚ ਜੋਤ ਹੈ ਤੇ ਤੁਸੀਂ ਮੈਨੂੰ ਵੇਖਦੇ ਪਏ ਹੋ। ਇਹ 3 ਪੈਮਾਨੇ ਨੇ ਵੇਖਣ ਦੇ। ਤੇ ਖਿਆਲ ਕਰਿਆ ਜੇ ਇਹ ਤਿੰਨੇ ਪੈਮਾਨੇ ਆਪਾਂ ਪ੍ਰਮਾਤਮਾ ਨਾਲ ਜੋੜ ਦਈਏ ਵੀ ਪ੍ਰਮਾਤਮਾ ਦੇਖਣ ਦਾ ਵਿਸ਼ਾ ਹੈ, ਤੇ ਖਿਆਲ ਕਰਿਆ ਜੇ ਇਹ ਤਿੰਨੇ ਪੈਮਾਨੇ ਬਿਲਕੁਲ ਗਲਤ ਨੇ, ਪ੍ਰਮਾਤਮਾ ਦੇ ਉੱਤੇ ਪੂਰੇ ਨਹੀਂ ਉਤਰਨਗੇ। ਕੀ ਪ੍ਰਮਾਤਮਾ ਨੂੰ ਕੇਵਲ ਰੋਸ਼ਨੀ ਦੇ ਵਿੱਚ ਦੇਖਿਆ ਜਾ ਸਕਦਾ ਹੈ? ਤੇ ਜਦੋਂ ਸੂਰਜ ਡੁੱਬ ਜਾਵੇਗਾ, ਜੇ ਅੰਧੇਰਾ ਹੋ ਜਾਵੇ ਤੇ ਇਹਦਾ ਮਤਲਬ ਪ੍ਰਮਾਤਮਾ ਨਜ਼ਰ ਹੀ ਨਹੀਂ ਆਵੇਗਾ। ਪ੍ਰਮਾਤਮਾ ਅੰਧਕਾਰ ਦੇ ਵਿੱਚ ਡੁੱਬ ਜਾਵੇਗਾ, ਪਰ ਦੁਨੀਆ ਦਾ ਕੋਈ ਅੰਧਕਾਰ ਪ੍ਰਮਾਤਮਾ ਨੂੰ ਨਹੀਂ ਡੁਬੋ ਸਕਦਾ, ਅਦ੍ਰਿਸ਼ਟ ਨਹੀਂ ਕਰ ਸਕਦਾ, ਕਿਉਂਕਿ ਉਹ ਆਪ ਪ੍ਰਕਾਸ਼ ਦਾ ਹੈ, ਉਹ ਆਪ ਪ੍ਰਕਾਸ਼ ਦਾ ਦਾਤਾ ਹੈ। ਪਰਮਾਤਮਾ ਨੂੰ ਵੇਖਣ ਦੇ ਲਈ ਗੁਰੂ ਸਵਾਰਿਓ ਵਿੱਥ ਵੀ ਨਹੀਂ ਚਾਹੀਦੀ। ਜੇ ਵਿੱਥ ਹੋਏਗੀ ਇਹਦਾ ਮਤਲਬ ਪਰਮਾਤਮਾ ਵੱਖਰਾ ਹੋ ਗਿਆ, ਮੈਂ ਵੱਖਰਾ ਹੋ ਗਿਆ। ਜਦ ਕਿ ਮੈਂ ਹੁਣੇ ਤੁਹਾਡੇ ਨਾਲ ਸਾਂਝ ਪਾਈਏ ਵੀ ਪਰਮਾਤਮਾ ਤੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਵਿੱਥ ਤੇ ਹੈ ਹੀ ਕੋਈ ਨਹੀਂ। ਤੇ ਜੇ ਵਿੱਥ ਹੋਈ ਇਹਦਾ ਮਤਲਬ ਪਰਮਾਤਮਾ ਵੱਖਰਾ ਹੈ, ਅਸੀਂ ਵੱਖਰੇ ਹਾਂ। ਸਤਿਗੁਰਾਂ ਨੇ ਇੱਥੋਂ ਤੱਕ ਬਾਣੀ ਵਿੱਚ ਆਖ ਦਿੱਤਾ, ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ, ਨਿਰੰਤਰ ਘਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ। ਸਤਿਗੁਰੂ ਜੀ ਆਖਦੇ ਨੇ, ਬੰਦਿਆ ਤੇਰੇ ਅੰਦਰ ਉਹ ਸਮਾਇਆ, ਤੇਰੇ ਮਨ ਹਿਰਦੇ ਦੇ ਅੰਦਰ ਸਮਾਇਆ। ਸਤਿਗੁਰਾਂ ਨੇ ਤਾਂ ਕਮਾਲ ਦੇ ਵਚਨ ਕਹਿ ਦਿੱਤੇ, ਮਨ ਤੂੰ ਜੋਤ ਸਰੂਪ ਹੈ, ਤੂੰ ਉਹਦੇ ਵਿੱਚ ਹੀ ਸਮਾਇਆ ਹੋਇਆ, ਤੇਰੇ ਵਿੱਚ ਉਹ ਸਮਾਇਆ ਹੋਇਆ ਹੈ। ਇਹਦਾ ਮਤਲਬ ਵਿੱਥ ਦੀ ਤੇ ਕੋਈ ਗੱਲ ਰਹਿ ਹੀ ਨਹੀਂ ਗਈ। ਜੇ ਪ੍ਰਕਾਸ਼ ਦੀ ਗੱਲ ਕਰੀਏ, ਪਰਮਾਤਮਾ ਤੇ ਆਪ ਪ੍ਰਕਾਸ਼ ਦਾ ਸਰੋਤ ਹੈ। ਉਹਨੇ ਤੇ ਆਪ ਸੂਰਜ ਬਣਾਏ ਨੇ, ਉਹਨੇ ਤੇ ਆਪ ਇਹ ਸਾਰਾ ਕੁਝ ਸਿਰਜਿਆ। ਦੁਨੀਆ ਦਾ ਕੋਈ ਅੰਧਕਾਰ ਪਰਮਾਤਮਾ ਨੂੰ ਆਪਣੇ ਆਗੋਸ਼ ਦੇ ਵਿੱਚ ਲੁਕੋ ਨਹੀਂ ਸਕਦਾ। ਸਤਿਗੁਰਾਂ ਦੀ ਬਾਣੀ ਦੇ ਵਿੱਚ ਬਚਨ ਆਉਂਦਾ, ਸਤਿਗੁਰ ਸ਼ਬਦ ਉਜਾਰੋ ਦੀਪਾ। ਸਤਿਗੁਰੂ ਜੀ ਆਖਦੇ ਨੇ ਕਿ ਇਹ ਪਰਮਾਤਮਾ ਜੀ ਤੂੰ ਸ਼ਬਦ ਦਾ ਪ੍ਰਕਾਸ਼ ਹੈ। ਸ਼ਬਦ ਦਾ ਪ੍ਰਕਾਸ਼ ਜਦੋਂ ਅੰਦਰੋਂ ਹੋ ਜਾਂਦਾ ਹੈ ਤੂੰ ਨਜ਼ਰ ਹੀ ਆ ਜਾਣਾ ਹੈ। ਤੇ ਤੀਜਾ ਜਿਹੜਾ ਪੈਮਾਨਾ ਆਪਾਂ ਵਰਤਿਆ, ਪਰਮਾਤਮਾ ਨੂੰ ਵੇਖਣ ਦੇ ਲਈ ਕੀ ਅੱਖਾਂ ਦੀ ਲੋੜ ਹੈ? ਇਹਦਾ ਮਤਲਬ ਇਹ ਹੋਇਆ ਕਿ ਜਿਹਦੇ ਕੋਲ ਨੇਤਰ ਨਹੀਂ, ਜਿਹਦੇ ਨੇਤਰਾਂ ਦੇ ਵਿੱਚ ਜੋਤ ਨਹੀਂ, ਉਹ ਪਰਮਾਤਮਾ ਨੂੰ ਵੇਖ ਨਹੀਂ ਸਕਦਾ। ਨਹੀਂ, ਇਹ ਵੀ ਪੈਮਾਨਾ ਬਿਲਕੁਲ ਗਲਤ ਹੋ ਜਾਂਦਾ ਹੈ। ਪਰਮਾਤਮਾ ਨੂੰ ਵੇਖਣ ਦੇ ਲਈ ਅੱਖਾਂ ਦੀ ਲੋੜ ਨਹੀਂ, ਪਰਮਾਤਮਾ ਨੂੰ ਵੇਖਣ ਦੇ ਲਈ ਮਨ ਦੇ ਅੰਦਰ ਗਿਆਨ ਦੀ ਲੋੜ ਹੈ, ਅੰਦਰ ਪ੍ਰਕਾਸ਼ ਦੀ ਲੋੜ ਹੈ, ਅੰਦਰ ਚਾਹਤ ਦੀ ਲੋੜ ਹੈ, ਅੰਦਰ ਪ੍ਰੇਮ ਦੀ ਲੋੜ ਹੈ ਪਰਮਾਤਮਾ ਨੂੰ ਵੇਖਣ ਦੇ ਲਈ, ਕਿਉਂਕਿ ਉਹ ਹਰ ਇੱਕ ਥਾਂ ਦੇ ਉੱਤੇ, ਹਰ ਇੱਕ ਦੇ ਵਿੱਚ ਵਸਿਆ ਹੋਇਆ ਹੈ। ਮੈਂ ਬੇਨਤੀ ਕਰ ਰਿਹਾ ਸਾਂ ਵੀ ਪਰਮਾਤਮਾ ਜਿਹੜਾ ਦੇਖਣ ਦਾ ਵਿਸ਼ਾ ਹੈ ਕਿ ਅਨੁਭਵ ਦਾ ਵਿਸ਼ਾ ਹੈ? ਤੇ ਖਿਆਲ ਕਰਿਆ ਜੇ ਪਰਮਾਤਮਾ ਦੇਖਣ ਦਾ ਵਿਸ਼ਾ ਨਹੀਂ, ਪਰਮਾਤਮਾ ਅਨੁਭਵ ਦਾ ਵਿਸ਼ਾ ਹੈ।
ਉਹ ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਇਆ ਹੈ ਨਾ, ਉਹਨੂੰ ਤੁਸੀਂ ਅਨੁਭਵ ਕਰ ਸਕਦੇ ਹੋ। ਉਹਨੂੰ ਕੈਦ ਨਹੀਂ ਕੀਤਾ ਜਾ ਸਕਦਾ, ਥਾਪਿਆ ਨਹੀਂ ਜਾ ਸਕਦਾ, ਉਹਨੂੰ ਵੇਖਿਆ ਨਹੀਂ ਜਾ ਸਕਦਾ, ਨੰਗੀਆਂ ਅੱਖਾਂ ਦੇ ਨਾਲ ਉਹਨੂੰ ਅਨੁਭਵ ਕੀਤਾ ਜਾ ਸਕਦਾ ਹੈ। ਉਹਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ, ਉਹਨੂੰ ਅੰਦਰੋਂ ਪ੍ਰਗਟ ਕੀਤਾ ਜਾ ਸਕਦਾ ਹੈ, ਅੰਦਰ ਉਹਦੇ ਨਾਲ ਮਿਲਾਪ ਹੋ ਸਕਦਾ ਹੈ। ਜਿਹਨੂੰ ਬਾਣੀ ਨੇ ਆਖਿਆ, ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮਹਿ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਟੇਕ। ਸਾਰਾ ਕੁਝ ਉਹਦੇ ਅੰਦਰ ਹੀ ਸਮਾ ਜਾਵੇ। ਸਾਡੇ ਮਨ ਦੇ ਪੰਜ ਤੱਤ, ਸਾਡੇ ਅੰਤਰ ਆਤਮਾ ਦਾ ਗੁਰੂ ਸਵਾਰਿਓ ਮਿਲਾਪ ਪਰਮਾਤਮਾ ਦੇ ਨਾਲ, ਗੁਰੂ ਸਵਾਰਿਓ ਸਵੈ ਅੰਗ ਦੇ ਨਾਲ ਹੋ ਜਾਵੇ। ਰਾਬੀਆ ਨੇ ਇਹੀ ਤੇ ਆਖਿਆ ਸੀ। ਮੁਸਲਿਮ ਔਰਤ ਸੀ ਤੇ ਰੱਬ ਦੀ ਇਬਾਦਤ ਕਰਨ ਵਾਲੀ, ਅੱਲਾਹ ਦੇ ਨਾਲ ਜੁੜੀ ਹੋਈ, ਅੱਲਾਹ ਨੂੰ ਮੰਨਣ ਵਾਲੀ। ਪੁਰਾਤਨ ਸਮੇਂ ਵਿੱਚ ਲੋਕ ਕੀ ਕਰਦੇ ਸਨ, ਬਹੁਤੇ ਪ੍ਰਕਾਸ਼ ਤੇ ਹੁੰਦੇ ਨਹੀਂ ਸਨ। ਲੋਕ ਰਾਹ ਦੇ ਵਿੱਚ ਲਾਲਟੈਨ ਜਗਾ ਕੇ, ਦੀਵੇ ਜਗਾ ਕੇ ਰੱਖ ਦਿਆ ਕਰਦੇ ਸਨ ਵੀ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਪਰੇਸ਼ਾਨੀ ਨਾ ਹੋਵੇ। ਇੱਕ ਦਿਨ ਕੀ ਹੋਇਆ, ਰਾਬੀਆ ਜਿਹੜੀ ਹੈ ਆਪਣੀ ਝੁੱਗੀ ਦੇ ਬਾਹਰ ਦੀਵਾ ਜਗਾ ਕੇ ਮਿੱਟੀ ਦੇ ਵਿੱਚੋਂ ਕੁਝ ਲੱਭਦੀ ਪਈ ਹੈ, ਕੁਝ ਢੂੰਡਦੀ ਪਈ ਹੈ। ਕੁਝ ਮੁਸਲਮਾਨ ਨਮਾਜ਼ ਪੜ੍ਹਨ ਵਾਲੇ ਵੀਰ ਉੱਧਰੋਂ ਗੁਜ਼ਰੇ, ਨਮਾਜ਼ ਪੜ੍ਹ ਕੇ ਵਾਪਸ ਆ ਰਹੇ ਸਨ। ਉਹਨਾਂ ਨੇ ਪੁੱਛ ਲਿਆ, ਰਾਬੀਆ ਕੀ ਲੱਭਦੀ ਪਈ ਏ, ਅਸੀਂ ਵੀ ਤੇਰੀ ਮਦਦ ਕਰ ਦਿੰਦੇ ਹਾਂ। ਰਾਬੀਆ ਆਖਦੀ ਏ, ਇਹ ਵੀਰੋ ਮੇਰੀ ਸੂਈ ਜਿਹੜੀ ਏ ਇੱਥੇ ਗਵਾਚ ਗਈ ਏ, ਮੈਂ ਉਹ ਲੱਭਦੀ ਪਈ ਹਾਂ। ਜਿਉਂ ਸਾਰੇ ਜਣੇ ਸੂਈ ਲੱਭਣ ਲੱਗੇ, ਜਿਉਂ ਸਾਰੇ ਜਣੇ ਸੂਈ ਲੱਭਣ ਲੱਗੇ, ਕਿਸੇ ਨੂੰ ਸੂਈ ਲੱਭੇ ਕੋਈ ਨਾ। ਮਿੱਟੀ ਫਲੋਰਦੇ ਰਹੇ, ਮਿੱਟੀ ਫਲੋਰਦੇ ਰਹੇ। ਆਖਰ ਨੂੰ ਇੱਕ ਬੋਲਿਆ, ਰਾਬੀਆ ਕਿਤੇ ਕੋਈ ਖਿਆਲ ਹੋਵੇ ਕਿਸ ਥਾਂ ਤੇ ਡਿੱਗੀ ਹੋਵੇ, ਤੇ ਜੇ ਤੂੰ ਉਸ ਥਾਂ ਬਾਰੇ ਦੱਸ ਦਵੇਂ ਤੇ ਲੱਭਣਾ ਸੌਖਾ ਹੋ ਜਾਵੇ। ਰਾਬੀਆ ਆਖਦੀ ਏ ਵੀ ਵੀਰੋ ਮੇਰੀ ਸੂਈ ਜਿਹੜੀ ਏ ਝੌਂਪੜੀ ਦੇ ਅੰਦਰ ਡਿੱਗੀ। ਸਾਰੇ ਜਣੇ ਉੱਚੀ ਉੱਚੀ ਹੱਸ ਪਏ। ਰਾਬੀਆ ਕਮਲੀ ਹੋ ਗਈ ਏ, ਸੂਈ ਜਿਹੜੀ ਏ ਤੇਰੀ ਝੌਂਪੜੀ ਦੇ ਅੰਦਰ ਡਿੱਗੀ ਏ ਤੇ ਲੱਭ ਤੂੰ ਬਾਹਰ ਰਹੀ ਏ। ਇਹ ਕਿਵੇਂ ਦਾ ਕਾਰਜ ਮੂਰਖਤਾਈ ਵਾਲਾ ਕਰਦੀ ਪਈ ਏ। ਰਾਬੀਆ ਆਖਦੀ ਏ ਇੱਥੇ ਪ੍ਰਕਾਸ਼ ਏ ਤਾਂ ਮੈਂ ਲੱਭਦੀ ਪਈ ਹਾਂ। ਉਹਨਾਂ ਨੇ ਆਖਿਆ, ਕਮਲੀਏ ਤੂੰ ਅੰਦਰ ਪ੍ਰਕਾਸ਼ ਕਰ ਲੈ ਤੇ ਅੰਦਰ ਹੀ ਲੱਭ ਜਾਵੇਗੀ। ਜੇ ਅੰਦਰ ਹਨੇਰਾ ਹੈ, ਅੰਦਰ ਪ੍ਰਕਾਸ਼ ਕਰ ਲੈ, ਅੰਦਰ ਲੱਭ ਜਾਵੇਗੀ। ਰਾਬੀਆ ਆਖਦੀ ਏ, ਇਹ ਵੀਰੋ ਇਹੀ ਤੇ ਮੈਂ ਸਮਝਾਉਣੀ ਪਈ ਹਾਂ ਵੀ ਤੁਸੀਂ ਅੱਲਾਹ ਨੂੰ, ਰੱਬ ਨੂੰ ਬਾਹਰ ਲੱਭਦੇ ਪਏ ਹੋ, ਮਿੱਟੀ ਫਲੋਰਦੇ ਪਏ ਹੋ। ਤੁਹਾਨੂੰ ਰੱਬ ਸਾਰੀ ਜ਼ਿੰਦਗੀ ਨਹੀਂ ਲੱਭਣਾ, ਕਿਉਂਕਿ ਰੱਬ ਤੇ ਤੁਹਾਡੇ ਅੰਦਰ ਬੈਠਾ ਹੈ। ਅੰਦਰ ਆਪਣੇ ਗਿਆਨ ਦਾ ਪ੍ਰਕਾਸ਼ ਕਰੋ ਤੇ ਤਾਂ ਤੁਹਾਨੂੰ ਅੰਦਰੋਂ ਰੱਬ ਮਿਲਣਾ ਹੈ। ਬਾਹਰ ਢੂੰਡਿਆਂ ਕਦੀ ਰੱਬ ਨਹੀਂ ਲੱਭਦਾ, ਰੱਬ ਤੁਹਾਡੇ ਅੰਦਰ ਸਮਾਇਆ ਹੋਇਆ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਆਪਣੇ ਅੰਦਰ ਨੂੰ ਖੋਜ, ਤੈਨੂੰ ਅੰਦਰੋਂ ਹੀ ਰੱਬ ਪ੍ਰਗਟ ਹੋਵੇਗਾ, ਅੰਦਰੋਂ ਰੱਬ ਦੀ ਪ੍ਰਾਪਤੀ ਹੋਵੇਗੀ। ਬਾਹਰ ਰੱਬ ਨਹੀਂ ਮਿਲਦਾ ਕਦੇ।